ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 370 ਤੋਂ ਲੈ ਕੇ 371 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਸੱਸੂ ਤੇ ਪਿਰ ਕੀਨੀ ਵਾਖ, ਦੇਰ ਜਠਾਣੀ ਮੁਈ ਦੁਖ ਸੰਤਾਪ। ਘਰ ਕੇ ਜਠੇਰੇ ਕੀ ਚੂਕੀ ਕਾਣ, ਪਿਰ ਰੱਖਿਆ ਕੀਨੀ ਸੁਗੜ ਸਜਾਣ। ਸੁਨਹੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਗਾਰੇ। ਸਤਿਗੁਰ ਮੋਕੋ ਹਰ ਨਾਮ ਦਿਵਾਇਆ ਰਹਾਓ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦੇ ਨਾਲ ਮੇਰਾ ਪ੍ਰੇਮ ਪੈ ਗਿਆ ਤਾਂ ਫਿਰ ਪਰਮਾਤਮਾ ਨੇ ਮੈਨੂੰ ਸੱਸ ਅਗਿਆਨਤਾ ਦੇ ਨਾਲੋਂ ਅਲੱਗ ਕਰ ਦਿੱਤਾ। ਜਦੋਂ ਸੱਸ ਅਗਿਆਨਤਾ ਤੋਂ ਮੈਂ ਅਲੱਗ ਹੋ ਗਿਆ ਤਾਂ ਫਿਰ ਮੇਰੀ ਜਿਹੜੀ ਦੇਰ ਤੇ ਜਠਾਣੀ ਆਸਾ ਤੇ ਤ੍ਰਿਸ਼ਨਾ, ਉਹ ਦੇਖ ਕੇ ਬੜੀਆਂ ਦੁਖੀ ਹੋਈਆਂ ਕਿ ਵੀ ਇਹਦੀ ਅਗਿਆਨਤਾ ਖਤਮ ਹੋ ਗਈ ਆ। ਫਿਰ ਕਹਿੰਦੇ ਘਰ ਕੇ ਜਠੇਰੇ ਕੀ ਚੁੱਕੀ ਕਾਣ, ਫਿਰ ਮੈਨੂੰ ਕਹਿੰਦੇ ਧਰਮ ਰਾਜ ਦਾ ਵੀ ਕੋਈ ਮੈਨੂੰ ਮੁਥਾਜਗੀ ਨਹੀਂ ਰਹਿ ਗਈ। ਕਹਿੰਦੇ ਫਿਰ ਪਤੀ ਪਰਮੇਸ਼ਰ ਜੋ ਸਿਆਣਾ ਹੈ ਉਹਨੇ ਇਸ ਤਰ੍ਹਾਂ ਮੇਰੀ ਰੱਖਿਆ ਕੀਤੀ ਹੈ। ਕਹਿੰਦੇ ਹੇ ਲੋਕੋ ਸੁਣੋ, ਮੈਂ ਆਪਣੇ ਪਰਮੇਸ਼ਰ ਪਤੀ ਦੇ ਨਾਲ ਪ੍ਰੇਮ ਪਾ ਲਿਆ, ਉਹਦਾ ਪ੍ਰੇਮ ਰਸ ਚੱਖ ਲਿਆ। ਕਹਿੰਦੇ ਹੁਣ ਮੇਰੇ ਕਹਿੰਦੇ ਜਿਹੜੇ ਸਾਰੇ ਵੈਰੀ ਨੇ, ਕਾਮਾਦਿਕ ਵੈਰੀ, ਉਹ ਸਾਰੇ ਖਤਮ ਹੋ ਗਏ ਨੇ। ਪਰਮਾਤਮਾ ਨੇ ਕਹਿੰਦੇ ਮੇਰਾ ਸਤਿਗੁਰ ਦੇ ਨਾਲ ਮੇਲ ਕਰਾਇਆ ਤੇ ਸਤਿਗੁਰ ਨੇ ਮੈਨੂੰ ਪਰਮਾਤਮਾ ਦਾ ਨਾਮ ਪੱਕਾ ਕਰਵਾ ਦਿੱਤਾ, ਮੇਰੇ ਹਿਰਦੇ ਵਿੱਚ ਦ੍ਰਿੜ ਕਰ ਦਿੱਤਾ। ਪ੍ਰਥਮੇ ਤਿਆਗੀ ਹਉਮੈ ਪ੍ਰੀਤ, ਦੁਤੀਆ ਤਿਆਗੀ ਲੋਗਾ ਰੀਤ। ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਹੰਕਾਰ ਦੇ ਨਾਲ ਪ੍ਰੇਮ ਸੀ ਉਹ ਮੇਰਾ ਖਤਮ ਹੋ ਗਿਆ। ਫਿਰ ਕਹਿੰਦਾ ਲੋਕਾਚਾਰੀ ਦੀਆਂ, ਵੀ ਲੋਕਾਂ ਨੂੰ ਖੁਸ਼ ਕਰਨ ਦੇ ਲਈ ਇਹ ਕਰਨਾ ਚਾਹੀਦਾ, ਚਾਹੇ ਉਹ ਰੀਤ ਚੰਗੀ ਆ ਚਾਹੇ ਮਾੜੀ ਆ, ਉਹ ਖਤਮ ਹੋਈ। ਕਹਿੰਦੇ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ। ਫਿਰ ਕਹਿੰਦੇ ਜਿਹੜੇ ਮਾਇਆ ਦੇ ਤਿੰਨੇ ਗੁਣ ਨੇ ਉਹ ਮੇਰੇ ਤਿਆਗ ਹੋ ਗਏ ਤੇ ਮੈਨੂੰ ਮਿੱਤਰ ਤੇ ਜਿਹੜੇ ਵੈਰੀ ਨੇ ਸਾਰੇ ਇੱਕ ਸਮਾਨ ਨਜ਼ਰ ਆਉਂਦੇ ਨੇ। ਮੈਨੂੰ ਸਾਰਿਆਂ 'ਚ ਪਰਮਾਤਮਾ ਦਿਸਣ ਲੱਗ ਗਿਆ। ਤੁਰੀਆ ਗੁਣ ਮਿਲ ਸਾਧ ਪਛਾਨੇ। ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਹੁਣ ਮੈਂ ਉਹ ਗੁਣ ਪਾ ਲਿਆ ਸਭ ਤੋਂ ਵੱਡਾ, ਜਿਹਦੇ ਨਾਲ ਸਭ ਤੋਂ ਉੱਚੀ ਅਵਸਥਾ ਤੁਰੀਆ ਪਦ ਪ੍ਰਾਪਤ ਹੁੰਦਾ। ਕਹਿੰਦੇ ਗੁਰੂ ਨੂੰ ਮਿਲ ਕੇ ਉਹ ਮੈਂ ਗੁਣ ਹੁਣ ਹਾਸਲ ਕਰ ਲਏ ਨੇ, ਕਿ ਮੈਂ ਹੁਣ ਸਭ ਤੋਂ ਉੱਚੀ ਆਤਮਿਕ ਅਵਸਥਾ ਵਾਲੇ ਗੁਣ ਹਾਸਲ ਕਰ ਲਏ ਨੇ। ਸਹਿਜ ਗੁਫਾ ਮੈਂ ਆਸਣ ਬਾਧਿਆ, ਜੋਤ ਸਰੂਪ ਅਨਾਹਦ ਵਾਜਿਆ। ਕਹਿੰਦੇ ਜਿੱਦਾਂ ਜੋਗੀ ਲੋਕ ਤਾਂ ਗੁਫਾਵਾਂ ਦੇ ਵਿੱਚ ਆਸਣ ਲਾਉਂਦੇ ਨੇ ਨਾ, ਕਹਿੰਦੇ ਅਸੀਂ ਆਸਣ ਆਪਣੇ ਹਿਰਦੇ ਘਰ ਵਿੱਚ ਲਾਇਆ। ਹਿਰਦੇ ਘਰ ਵਿੱਚ ਜਦੋਂ ਆਸਣ ਲਾਇਆ, ਕਹਿੰਦੇ ਉੱਥੇ ਪਰਮਾਤਮਾ ਦੇ ਨਾਮ ਦਾ ਅਨਾਹਦ ਵਾਜਾ ਵੱਜ ਰਿਹਾ ਸਾਡੇ ਅੰਦਰ। ਕਹਿੰਦੇ ਪਰਮਾਤਮਾ ਦੇ ਜੋਤ ਸਰੂਪ ਦਾ ਅਨਾਹਦ ਵਾਜਾ ਅਸੀਂ ਸੁਣ ਰਹੇ ਹਾਂ, ਕਿਉਂਕਿ ਅਸੀਂ ਹਿਰਦੇ ਦੇ ਘਰ ਵਿੱਚ ਹੀ ਆਸਣ ਲਾਇਆ। ਅਨਾਹਦ ਉਹ ਨਾਦ ਹੁੰਦਾ ਸੰਗਤ ਜੀ, ਜਿਹੜਾ ਬਿਨਾਂ ਬਜਾਇਆਂ ਇੱਕ ਰਸ ਵੱਜਦਾ ਹੈ। ਜਿਸ ਤਰ੍ਹਾਂ ਸੁਣਦੇ ਆ ਨਾ ਕਿ ਵੀ ਸ੍ਰਿਸ਼ਟੀ ਦੇ ਵਿੱਚ ਅਨਾਹਦ ਨਾਦ ਹਰ ਵਕਤ ਵੱਜ ਰਿਹਾ ਹੈ, ਪਰ ਉਹ ਰੂਹਾਂ ਜੋ ਪਰਮਾਤਮਾ ਦੇ ਨਾਲ ਮਿਲਦੀਆਂ ਨੇ, ਜਿਨ੍ਹਾਂ ਦੀ ਅਭੇਦਤਾ ਹੋ ਜਾਂਦੀ ਆ, ਉਹ ਇਸ ਇੱਕ ਰਸ ਅਨਾਹਦ ਨੂੰ ਮਾਣਦੇ ਨੇ। ਮਹਾ ਆਨੰਦ ਗੁਰ ਸ਼ਬਦ ਵਿਚਾਰ, ਪ੍ਰਿਯ ਸਿਉ ਰਾਤੀ ਧਨ ਸੁਹਾਗਣ ਨਾਰ। ਕਹਿੰਦੇ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਮੇਰੇ ਮਨ ਦੇ ਵਿੱਚ ਬਹੁਤ ਆਨੰਦ ਹੁੰਦਾ ਹੈ। ਕਹਿੰਦੇ ਉਹ ਜੀਵ ਇਸਤਰੀ ਜਿਸ ਦਾ ਕਹਿੰਦੇ ਪ੍ਰੇਮ ਪਤੀ ਪਰਮਾਤਮਾ ਪਰਮੇਸ਼ਰ ਦੇ ਨਾਲ ਪੈ ਗਿਆ, ਉਹ ਕਹਿੰਦੇ ਧਨ ਹੈ। ਕਹਿੰਦੇ ਉਹ ਸੋਭਾਵੰਤੀ ਹੈ ਜੀਵ ਇਸਤਰੀ।
ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਕਹਿੰਦੇ ਪਰਮਾਤਮਾ ਦਾ ਸੇਵਕ ਨਾਨਕ ਉਸ ਪਰਮਾਤਮਾ ਦੇ ਨਾਮ ਦੀਆਂ, ਪਰਮਾਤਮਾ ਦੇ ਦਰ ਘਰ ਦੀਆਂ ਵਿਚਾਰਾਂ ਕਰਦਾ ਹੈ। ਜੋ ਵੀ ਕਹਿੰਦੇ ਇਸ ਉਪਦੇਸ਼ ਨੂੰ ਸੁਣਦਾ ਹੈ ਤੇ ਕਮਾਉਂਦਾ ਹੈ ਉਹਦੇ ਨਾਮ ਜਪਣ ਦੇ ਨੂੰ, ਉਹ ਕਹਿੰਦੇ ਇਸ ਭਵਜਲ ਨੂੰ ਪਾਰ ਕਰ ਲੈਂਦਾ ਹੈ, ਸੰਸਾਰ ਸਾਗਰ ਦੇ ਭਵਜਲ ਨੂੰ। ਜਨਮ ਨ ਮਰੈ ਨ ਆਵੇ ਨ ਜਾਏ, ਹਰ ਸੇਤੀ ਉਹ ਰਹੇ ਸਮਾਏ। ਫਿਰ ਉਹ ਜੀਵ ਜਿਹੜਾ ਕਹਿੰਦੇ ਵੀ ਉਸ ਪਰਮਾਤਮਾ ਦੇ ਦਰ ਘਰ ਦੀਆਂ ਵਿਚਾਰਾਂ ਨੂੰ ਸੁਣਦਾ ਹੈ ਤੇ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ, ਫਿਰ ਕਹਿੰਦੇ ਉਹ ਜਨਮ ਮਰਨ ਜਿਹੜਾ ਹੈਗਾ ਆਵਾਗਮਨ ਉਹਨੂੰ ਖਤਮ ਕਰ ਲੈਂਦਾ ਹੈ ਤੇ ਉਹ ਹਮੇਸ਼ਾ ਪਰਮਾਤਮਾ ਦੇ ਵਿੱਚ ਉਹਦੀ ਸਮਾਈ ਹੋਈ ਰਹਿੰਦੀ ਆ, ਉਹ ਪਰਮਾਤਮਾ ਦੇ ਵਿੱਚ ਅਭੇਦਤਾ ਪਾ ਲੈਂਦਾ ਹੈ। ਆਸਾ ਮਹੱਲਾ ਪੰਜਵਾਂ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ। ਕਹਿੰਦੇ ਜਿਹੜੀ ਪਰਮਾਤਮਾ ਦੀ ਭਗਤੀ ਕਰਨੀ ਆ ਨਾ, ਕਹਿੰਦੇ ਉਹ ਇੱਕ ਇਸ ਤਰ੍ਹਾਂ ਦੀ ਇਸਤਰੀ ਸਮਝੋ ਜਿਹਦੇ ਵਿੱਚ ਬੜੇ ਕਹਿੰਦੇ ਨਮਰਤਾ ਵਾਲੇ ਤੇ ਮਿੱਠੇ ਗੁਣ ਨੇ। ਉਹ ਕਹਿੰਦੇ ਬੜੀ ਸੁੰਦਰ ਹੈ ਇਹ ਭਗਤੀ ਰੂਪੀ ਇਸਤਰੀ, ਤੇ ਕਹਿੰਦੇ ਇਹਨੂੰ ਇਹਦਾ ਜਿਹੜਾ ਆਚਰਣ ਹੈ ਉਹ ਵੀ ਪੂਰਾ ਬਹੁਤ ਚੰਗਾ ਹੈ। ਜਿਤ ਗ੍ਰਹਿ ਵਸੈ ਸੁਗ੍ਰਹਿ ਸੋਭਾਵੰਤ, ਗੁਰਮੁਖ ਪਾਈ ਕਿਨੇ ਵਿਰਲੇ ਜੰਤਾ। ਜਿਤ ਗ੍ਰਹਿ ਵਸੈ ਸੁਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੇ ਵਿਰਲੇ ਜੰਤਾ। ਫਿਰ ਕਹਿੰਦੇ ਜਿਹੜੀ ਇਹ ਭਗਤੀ ਰੂਪੀ ਇਸਤਰੀ ਆ, ਕਹਿੰਦੇ ਜਿਸ ਵੀ ਹਿਰਦੇ ਵਿੱਚ ਵਸਦੀ ਆ ਉਹ ਹਿਰਦਾ ਸੋਭਾ ਵਾਲਾ ਹੋ ਜਾਂਦਾ, ਉਹਦੀ ਹਰ ਕੋਈ ਸੋਭਾ ਕਰਦਾ। ਪਰ ਕਹਿੰਦੇ ਇਹ ਗੁਰੂ ਦੇ ਸਨਮੁਖ ਰਹਿ ਕੇ ਕਿਸੇ ਵਿਰਲੇ ਜੀਵ ਨੇ ਇਹ ਭਗਤੀ ਰੂਪੀ ਇਸਤਰੀ ਪਾਈ ਹੈ। ਕਹਿੰਦੇ ਸੁਕਰਨੀ ਕਾਮਣ ਗੁਰ ਮਿਲ ਹਮ ਪਾਈ, ਜਜ ਕਾਜ ਪਰਥਾਏ ਸੁਹਾਈ ਰਹਾਓ। ਕਹਿੰਦੇ ਅਸੀਂ ਵੀ ਇਹ ਭਗਤੀ ਰੂਪੀ ਇਸਤਰੀ ਜੋ ਕਿ ਸ੍ਰੇਸ਼ਟ ਕਰਨੀ ਹੈ, ਗੁਰੂ ਨੂੰ ਮਿਲ ਕੇ ਅਸੀਂ ਪ੍ਰਾਪਤ ਕੀਤੀ ਹੈ। ਫਿਰ ਕਹਿੰਦੇ ਇਹ ਇਸ ਲੋਕ ਵਿੱਚ ਵੀ ਤੇ ਉਸ ਪਰਲੋਕ ਵਿੱਚ ਵੀ ਕਹਿੰਦੇ ਸਹਾਈ ਹੁੰਦੀ ਹੈ। ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ। ਕਹਿੰਦੇ ਜਦੋਂ ਗੁਰੂ ਦੇ ਘਰ ਵਿੱਚ ਰਹਿੰਦੀ ਆ ਇਹ ਭਗਤੀ ਰੂਪੀ ਇਸਤਰੀ ਤਾਂ ਆਪਣੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਬੜੀ ਉਦਾਸ ਆ। ਕਹਿੰਦੇ ਮਤਲਬ ਪ੍ਰਾਪਤੀ ਕਰਨੀ ਚਾਹੁੰਦੀ ਆ ਪਤੀ ਪਰਮੇਸ਼ਰ ਦੀ। ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮਹਿ ਤਾਂ ਸਰਬ ਸੁਖ ਪਾਇਆ। ਫਿਰ ਕਹਿੰਦੇ ਉਸ ਪਿਤਾ ਰੂਪ ਗੁਰੂ ਦੀ ਸੇਵਾ ਕਰਕੇ ਕਹਿੰਦੇ ਫਿਰ ਜਦੋਂ ਇਹ ਭਗਤੀ ਰੂਪੀ ਇਸਤਰੀ ਉਹਨੂੰ ਕਹਿੰਦੇ ਪਰਮਾਤਮਾ ਨੂੰ ਮਨਾ ਲੈਂਦੀ ਆ, ਤਾਂ ਫਿਰ ਪਰਮਾਤਮਾ ਗੁਰੂ ਦੇ ਕਹਿਣ 'ਤੇ ਕਹਿੰਦੇ ਜਦੋਂ ਹਿਰਦੇ ਘਰ ਵਿੱਚ ਆ ਜਾਂਦਾ ਤਾਂ ਫਿਰ ਇਹ ਭਗਤੀ ਰੂਪੀ ਇਸਤਰੀ ਬੜਾ ਸੁਖ ਪਾਉਂਦੀ ਆ। ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ। ਕਹਿੰਦੇ ਜਿਹੜੀ ਇਹ ਭਗਤੀ ਰੂਪੀ ਇਸਤਰੀ ਆ ਇਹਦੇ ਵਿੱਚ ਕਹਿੰਦੇ 32 ਚੰਗੇ ਗੁਣ ਨੇ। ਫਿਰ ਕਹਿੰਦੇ ਇਹ ਜਿੱਦਾਂ ਨਾਮ ਇਕੱਠਾ ਕਰਦੀ ਆ ਪਰਮਾਤਮਾ ਦਾ ਜਪ ਕੇ, ਉਹ ਇਹਦਾ ਪੁੱਤਰ ਆ ਕਹਿੰਦੇ। ਤੇ ਇਹ ਬੜੀ ਕਹਿੰਦੇ ਆਗਿਆਕਾਰੀ ਹੈ, ਬੜੀ ਸਿਆਣੀ ਹੈ, ਬੜੇ ਚੰਗੇ ਸਰੂਪ ਵਾਲੀ ਹੈ। ਇੱਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਰ ਜਠਾਨੀ। ਕਹਿੰਦੇ ਇਹ ਪਤੀ ਪਰਮੇਸ਼ਰ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਦੀ ਆ ਤੇ ਆਸਾ ਤ੍ਰਿਸ਼ਨਾ ਵਰਗੀਆਂ ਦੇਰ ਜਠਾਣੀ ਨੂੰ ਸ਼ਾਂਤੀ 'ਚ ਰੱਖਦੀ ਆ। ਸਭ ਪਰਵਾਰੈ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ। ਕਹਿੰਦੇ ਸਾਰੇ ਜਿਹੜੇ ਆਤਮਿਕ ਚੰਗੇ ਗੁਣ ਨੇ, ਦਇਆ, ਸੰਤੋਖ, ਦਾਨ, ਸੇਵਾ, ਸਾਰਿਆਂ ਨਾਲੋਂ ਸ੍ਰੇਸ਼ਟ ਇਹ ਭਗਤੀ ਆ। ਕਹਿੰਦੇ ਇਹੀ ਜਿਹੜੀਆਂ ਆਸਾ ਤ੍ਰਿਸ਼ਨਾ ਹੋਰ ਕਹਿੰਦੇ ਜਿਹੜੀਆਂ ਮਾੜੀਆਂ ਵਾਦੀਆਂ ਨੇ ਉਹਨਾਂ ਸਾਰਿਆਂ ਨੂੰ ਇਹੀ ਮੱਤ ਦਿੰਦੀ ਆ।
ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੈ ਸੁਖ ਵਿਹਾਏ। ਕਹਿੰਦੇ ਉਹ ਹਿਰਦਾ ਧਨ ਹੈ ਜਿੱਥੇ ਕਹਿੰਦੇ ਇਹ ਭਗਤੀ ਰੂਪੀ ਇਸਤਰੀ ਆ ਵਸਦੀ ਆ। ਫਿਰ ਕਹਿੰਦੇ ਉਹ ਸੇਵਕ ਨਾਨਕ ਜੀ ਕਹਿੰਦੇ ਆਪਣੀ ਜੀਵਨ ਸੁੱਖਾਂ ਵਿੱਚ ਬਤੀਤ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਭਗਤੀ ਰੂਪੀ ਇਸਤਰੀ ਆ ਵਸਦੀ ਆ। ਆਸਾ ਮਹੱਲਾ ਪੰਜਵਾਂ। ਮਤਾ ਕਰੋ ਸੋ ਪੱਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਕਹਿੰਦੇ ਮਾਇਆ ਇਸ ਤਰ੍ਹਾਂ ਦੀ ਪ੍ਰਧਾਨ ਹੈ, ਜੇ ਕਹਿੰਦੇ ਵੀ ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਵੀ ਇਸ ਮਾਇਆ ਤੋਂ ਛੁਟਕਾਰਾ ਪਾ ਲਈਏ ਤਾਂ ਮਾਇਆ ਕਹਿੰਦੇ ਸਾਡੀ ਕੋਈ ਚੱਲਣ ਨਹੀਂ ਦਿੰਦੀ। ਜੇ ਕਹਿੰਦੇ ਸਾਡੇ ਕੋਈ ਅਸੀਂ ਸੀਲ ਸੰਜਮ ਸੰਤੋਖ ਵਰਗੇ ਗੁਣ ਕਹਿੰਦੇ ਗ੍ਰਹਿਣ ਕਰਦੇ ਆ ਨਾ, ਇਹ ਉਹਨਾਂ ਦੇ ਕੋਲ ਹੀ ਖੜੀ ਆ, ਉਹਨਾਂ ਨੂੰ ਸਾਡੇ ਵੱਸ 'ਚ ਨਹੀਂ ਆਉਣ ਦਿੰਦੀ। ਵੇਸ ਕਰੇ ਬਹੁ ਰੂਪ ਦਿਖਾਵੈ, ਗ੍ਰਹਿ ਬਸਨ ਨਾ ਦੇਈ ਵੱਖ ਵੱਖ ਪਰਮਾਵੈ। ਕਹਿੰਦੇ ਬੜੇ ਤਰੀਕਿਆਂ ਦੇ ਨਾਲ ਸਾਨੂੰ ਇਹ ਮਾਇਆ ਬੜੇ ਤਰੀਕਿਆਂ ਦੇ ਨਾਲ ਸਾਨੂੰ ਭਰਮਾਉਂਦੀ ਆ। ਕਹਿੰਦੇ ਸਾਨੂੰ ਆਪਣੇ ਹਿਰਦੇ ਦੇ ਵਿੱਚ ਟਿਕਣ ਨਹੀਂ ਦਿੰਦੀ। ਕਹਿੰਦੇ ਬੜੇ ਤਰੀਕਿਆਂ ਦੇ ਨਾਲ ਸਾਡੇ ਮਨ ਨੂੰ ਹਾਵ ਭਾਵ ਕਰਦੀ ਆ। ਘਰ ਕੀ ਨਾਇਕ ਘਰ ਵਾਸ ਨਾ ਦੇਵੈ, ਜਤਨ ਕਰੋ ਉਰਜਾਏ ਪਰੇਵੈ ਰਹਾਓ। ਕਹਿੰਦੇ ਘਰ ਦੀ ਮਾਲਕ ਬਣ ਬੈਠੀ ਆ, ਘਰ ਦੇ ਵਿੱਚ ਕਹਿੰਦੇ ਹਿਰਦੇ ਘਰ ਵਿੱਚ ਟਿਕਣ ਨਹੀਂ ਦਿੰਦੀ ਹੈ। ਜਿੰਨੀਆਂ ਵੀ ਕੋਸ਼ਿਸ਼ ਕਰੀਏ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਉਲਝਣਾਂ ਵਿੱਚ ਪਾਉਂਦੀ ਆ ਮਾਇਆ। ਆਪ ਘਰ ਦੀ ਹਿਰਦੇ ਘਰ ਦੀ ਸੇਵਕ ਬਣ ਗਈ ਆ, ਹਿਰਦੇ ਘਰ ਦੀ ਮਾਲਕ ਬਣ ਗਈ ਆ। ਤੁਰ ਕੀ ਭੇਜੀ ਆਈ ਆਮਰ, ਨੌ ਖੰਡ ਜੀਤੇ ਸਭ ਥਾਨ ਥਨੰਤਰ। ਕਹਿੰਦੇ ਪਰਮਾਤਮਾ ਨੇ ਦਰਗਾਹ ਤੋਂ ਭੇਜੀ ਸੀ ਸੇਵਕਾ ਬਣਨ ਲਈ, ਪਰ ਮਾਲਕ ਬਣ ਗਈ ਆ। ਕਹਿੰਦੇ ਇਹਨੇ ਧਰਤੀ ਦੇ ਸਾਰੇ 9 ਖੰਡ ਹਰ ਇੱਕ ਜਗ੍ਹਾ ਦੇ ਉੱਪਰ ਇਹਨੇ ਆਪਣਾ ਕਬਜ਼ਾ ਕੀਤਾ ਹੋਇਆ ਮਾਇਆ ਨੇ। ਤਟ ਤੀਰਥ ਨਾ ਛੋੜੇ ਜੋਗ ਸੰਨਿਆਸ, ਪੜ ਥਾਕੇ ਸਿਮਰਤ ਵੇਦ ਅਭਿਆਸ। ਕਹਿੰਦੇ ਤਟਾਂ ਤੀਰਥਾਂ 'ਤੇ ਰਹਿਣ ਵਾਲੇ ਜੋਗੀ ਸੰਨਿਆਸੀ ਵੀ ਇਸ ਮਾਇਆ ਨੇ ਨਹੀਂ ਬਖਸ਼ੇ, ਉਹਨਾਂ ਨੂੰ ਵੀ ਕਹਿੰਦੇ ਘੇਰਦੀ ਹੈ। ਕਹਿੰਦੇ ਹੋਰ ਸਿਮਰਤ ਸ਼ਾਸਤਰ ਵੇਦ ਪੜ੍ਹਨ ਵਾਲੇ ਪੰਡਿਤ ਵਿਦਵਾਨ ਲੋਕਾਂ ਨੂੰ ਵੀ ਕਹਿੰਦੇ ਠੱਗਦੀ ਹੈ। ਜਹ ਬਹਿ ਸੋ ਤਹ ਨਾਲੇ ਵੈਸੇ, ਸਗਲ ਪਵਨ ਮਹਿ ਸਬਲ ਪਰਵੇਸੈ। ਕਹਿੰਦੇ ਜਿੱਥੇ ਵੀ ਅਸੀਂ ਜਾਂਦੇ ਹਾਂ ਮਾਇਆ ਸਾਡੇ ਨਾਲ ਹੀ ਜਾਂਦੀ ਆ। ਸਾਰੇ ਸੰਸਾਰ ਦੇ ਵਿੱਚ ਕਹਿੰਦੇ ਬੜੀ ਕਹਿੰਦੇ ਤਾਕਤਵਰ ਹੋ ਕੇ ਫਿਰਦੀ ਆ। ਹੋਛੀ ਸਰਨ ਪਿਆਰ ਰਹਿਣ ਨ ਪਾਈ, ਕਹੋ ਮੀਤਾ ਹੋ ਕਹਿ ਪਹਿ ਜਾਈ। ਹੋਛੀ ਸਰਨ ਪਿਆਰ ਰਹਿਣ ਨ ਪਾਈ, ਕਹੋ ਮੀਤਾ ਹੋ ਕਹਿ ਪਹਿ ਜਾਈ। ਕਹਿੰਦੇ ਜੇ ਕੋਈ ਪਹੁੰਚਿਆ ਹੋਇਆ ਸਾਧ ਨਹੀਂ ਹੈਗਾ ਜਿਹਦੀ ਅਸੀਂ ਸ਼ਰਨ ਪੈਂਦੇ ਹਾਂ, ਫਿਰ ਵੀ ਕਹਿੰਦੇ ਸਾਡੀ ਕੋਈ ਇੱਕ ਜਾਣ ਨਹੀਂ ਦਿੰਦੀ ਇਹ। ਫਿਰ ਕਹਿੰਦੇ ਹੇ ਮੇਰੇ ਮਿੱਤਰ ਵੀ ਅਸੀਂ ਕਿਹਦੇ ਕੋਲ ਜਾ ਕੇ ਫਰਿਆਦ ਕਰੀਏ ਇਸ ਮਾਇਆ ਦੇ ਵਿਰੁੱਧ। ਸੁਣ ਉਪਦੇਸ ਸਤਿਗੁਰ ਪਹਿ ਆਇਆ, ਗੁਰ ਹਰ ਹਰ ਨਾਮ ਮੋਹਿ ਮੰਤਰ ਦ੍ਰਿੜਾਇਆ। ਕਹਿੰਦੇ ਗੁਰੂ ਦੀ ਸੋਭਾ ਸੁਣ ਕੇ ਫਿਰ ਮੈਂ ਗੁਰੂ ਦੇ ਕੋਲ ਆਇਆ। ਫਿਰ ਗੁਰੂ ਦਾ ਕਹਿੰਦੇ ਉਪਦੇਸ਼ ਸੁਣਿਆ, ਗੁਰੂ ਨੇ ਹਰੀ ਦਾ ਨਾਮ ਮੈਨੂੰ ਦ੍ਰਿੜ ਕਰਵਾਇਆ। ਗੁਰੂ ਬਾਰੇ ਸੁਣਿਆ ਕਿ ਗੁਰੂ ਦੀ ਮਹਿਮਾ ਬਹੁਤ ਆ। ਫਿਰ ਗੁਰੂ ਨੇ ਉਪਦੇਸ਼ ਦਿੱਤਾ ਅਤੇ ਮੈਨੂੰ ਹਰੀ ਦਾ ਨਾਮ ਦ੍ਰਿੜਕਾਇਆ। ਫਿਰ ਕੀ ਹੋਇਆ? ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ। ਫਿਰ ਕਹਿੰਦੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਪਰਮਾਤਮਾ ਦਾ ਨਾਮ ਜਪਿਆ, ਪਰਮਾਤਮਾ ਦੇ ਗੁਣ ਗਾਏ, ਉਸ ਅਨੰਤ ਪਰਮਾਤਮਾ ਦੇ। ਫਿਰ ਕਹਿੰਦੇ ਉਹ ਪਰਮਾਤਮਾ ਦਾ ਮਿਲਾਪ ਹੋ ਗਿਆ ਅਤੇ ਨਾਨਕ ਜੀ ਕਹਿੰਦੇ ਨੇ ਫਿਰ ਜੀਵ ਮਾਇਆ ਵੱਲੋਂ ਅਚਿੰਤ ਹੋ ਗਿਆ। ਘਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀਏ ਦਰਬਾਰੀ ਰਹਾਓ ਦੂਜਾ। ਕਹਿੰਦੇ ਮੇਰਾ ਇਹ ਘਰ ਆ। ਹੁਣ ਕਹਿੰਦੇ ਇਸ ਘਰ ਦੇ ਵਿੱਚ ਪਰਮਾਤਮਾ ਨੇ
ਇਹਨੂੰ ਮੇਰੀ ਮਾਇਆ ਨੂੰ ਸੇਵਕਾ ਬਣਾ ਦਿੱਤਾ ਤੇ ਮੈਨੂੰ ਕਹਿੰਦੇ ਪਰਮਾਤਮਾ ਨੇ ਆਪਣਾ ਦਰਬਾਰੀ ਬਣਾ ਲਿਆ ਜਦੋਂ ਤੋਂ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਆਸਾ ਮਹੱਲਾ ਪੰਜਵਾਂ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹਿਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਤੇ ਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੂਏ ਸੁਖ ਪਾਇਆ ਰਹਾਓ। ਹਾਂਜੀ ਸੰਗਤ ਜੀ, ਜਿਹੜਾ ਇਹ ਵਾਲੀ ਬਾਣੀ ਆ ਇਹਦਾ ਇਤਿਹਾਸਕ ਪਿਛੋਕੜ ਆ ਕਿ ਜਦੋਂ ਸੁਲਹੀ ਖਾਨ ਗੁਰੂ ਅਰਜਨ ਦੇਵ ਜੀ 'ਤੇ ਹਮਲਾ ਕਰਨ ਲਈ ਚੜ੍ਹ ਕੇ ਆ ਰਿਹਾ ਸੀ ਤਾਂ ਪਤਾ ਲੱਗਣ 'ਤੇ ਸਿੱਖ ਸੰਗਤਾਂ ਨੇ ਗੁਰੂ ਸਾਹਿਬਾਨ ਨੂੰ ਕਿਹਾ ਕਿ ਵੀ ਕਹਿੰਦੇ ਨੇ ਕਿ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ। ਉਹ ਕਹਿੰਦੇ ਵੀ ਗੁਰੂ ਸਾਹਿਬਾਨ ਵੀ ਇਸ ਤਰ੍ਹਾਂ ਸੁਲਹੀ ਖਾਨ ਨੇ ਚੜ੍ਹਾਈ ਕੀਤੀ ਆ ਤਾਂ ਆਪਾਂ ਉਹਨੂੰ ਕੋਈ ਪੱਤਰ ਵਗੈਰਾ ਭੇਜੀਏ ਪੁੱਛਣ ਲਈ ਕਿ ਵੀ ਕਿਉਂ ਹੋਏ ਕਰ ਰਿਹਾ ਹੈ ਨਾ। ਦੁਤੀਏ ਮਤਾ ਦੋਇ ਮਾਨੁਖ ਪਹਿਚਾਵੋ। ਫਿਰ ਕਹਿੰਦੇ ਜੇ ਪੱਤਰ ਹੀ ਨਹੀਂ, ਕੋਈ ਚਿੱਠੀ ਪੱਤਰ ਨਹੀਂ ਭੇਜਣਾ ਉਹਨੂੰ ਤਾਂ ਕਿਸੇ ਨੂੰ ਭੇਜ ਕੇ ਦੋ ਚਾਰ ਸਿੱਖ ਸੰਗਤਾਂ ਦੇ ਵਿੱਚੋਂ ਜਾ ਕੇ ਸਿੱਖ ਉਹਦੇ ਨਾਲ ਜਾ ਕੇ ਗੱਲ ਕਰਨ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਤੀਜੀ ਇਹ ਸਲਾਹ ਕਰਦੀ ਸੰਗਤ ਕਿ ਗੁਰੂ ਸਾਹਿਬਾਨ ਜੀ ਇਹਦੇ ਲਈ ਤਾਂ ਕੋਈ ਉਪਾਅ ਕਰਨਾ ਪੈਣਾ ਉਹਦੀ ਚੜ੍ਹਾਈ ਬਾਰੇ, ਸੁਲਹੀ ਖਾਨ ਦੀ ਬਾਰੇ। ਫਿਰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਤੇ ਆਇਆ। ਕਹਿੰਦੇ ਹੇ ਪਰਮਾਤਮਾ ਜੀ, ਅਸੀਂ ਨਾ ਪੱਤਰੀ ਭੇਜੀ, ਨਾ ਕੋਈ ਸਲਾਹਕਾਰ ਭੇਜੇ ਅਤੇ ਨਾ ਕੋਈ ਉਪਾਅ ਕੀਤਾ। ਸਭ ਕੁਝ ਛੱਡ ਕੇ ਪਰਮਾਤਮਾ ਜੀ ਸੁਲਹੀ ਖਾਨ ਦੀ ਚੜ੍ਹਾਈ ਬਾਰੇ ਤੇਰੇ ਕੋਲ ਹੀ ਅਰਾਧਨਾ ਕੀਤੀ। ਪਰਮਾਤਮਾ ਨੂੰ ਇਹਦਾ ਨਾਮ ਹੀ ਜਪਿਆ, ਪਰਮਾਤਮਾ ਕੋਲ ਹੀ ਆਪਣੀ ਅਰਜ਼ੋਈ ਕੀਤੀ। ਫਿਰ ਕਹਿੰਦੇ ਮੈਂ ਸਭ ਕੁਛ ਛੋੜ ਪ੍ਰਭ ਤੁਹੀਂ ਤੇ ਆਇਆ, ਵੀ ਪਰਮਾਤਮਾ ਦੀ ਨੂੰ ਧਿਆਨ 'ਚ ਰੱਖਿਆ। ਫਿਰ ਕੀ ਹੋਇਆ? ਕਹਿੰਦੇ ਪਰਮਾਤਮਾ ਦਾ ਧਿਆਨ ਕਰਨ ਦੇ ਨਾਲ ਮੇਰੇ ਮਨ ਨੂੰ ਮਹਾ ਆਨੰਦ ਮਿਲਿਆ, ਅਸੀਂ ਅਚਿੰਤ ਹੋ ਗਏ। ਕਹਿੰਦੇ ਫਿਰ ਪਰਮਾਤਮਾ ਨੇ ਆਪ ਹੀ ਇਸ ਜਿਹੜੀ ਸੀਗੀ ਸੁਲਹੀ ਖਾਨ ਵਾਲੀ ਜਿਹੜੀ ਸਮੱਸਿਆ ਸੀ ਉਹਦਾ ਪਰਮਾਤਮਾ ਨੇ ਆਪ ਹੀ ਹੱਲ ਕੀਤਾ। ਕਿਵੇਂ? ਕਹਿੰਦੇ ਦੁਸ਼ਮਨ ਦੂਤ ਮੂਏ ਸੁਖ ਪਾਇਆ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਨਾ, ਸੁਲਹੀ ਖਾਨ ਫਿਰ ਸ਼ਾਇਦ ਉਹਦੇ ਕਿਸੇ ਮਿੱਤਰ ਦਾ ਇੱਟਾਂ ਦਾ ਭੱਠਾ ਸੀ, ਰਸਤੇ 'ਚ ਆਉਂਦਿਆਂ ਉਹਨੇ ਸੋਚਿਆ ਵੀ ਮੈਂ ਉੱਥੋਂ ਭੱਠੇ ਨੂੰ ਦੇਖ ਕੇ ਫਿਰ ਮਤਲਬ ਚੱਲਦਾ ਹੈਗਾ ਅੱਗੇ ਗੁਰੂ ਸਾਹਿਬਾਨ ਵੱਲ। ਤਾਂ ਭੱਠਾ ਜਦੋਂ ਦੇਖਣ ਗਿਆ, ਉਹਦੇ ਘੋੜੇ ਨੇ ਸੁਲਹੀ ਖਾਨ ਦੇ ਉੱਪਰ ਬੈਠੇ ਬਿਠਾਏ ਨੇ ਭੱਠੇ ਦੀ ਅੱਗ ਵਿੱਚ ਛਾਲ ਮਾਰ ਦਿੱਤੀ। ਤਾਂ ਇਸ ਤਰ੍ਹਾਂ ਉਹ ਸੁਲਹੀ ਖਾਨ ਆਪਣੇ ਘੋੜੇ ਸਮੇਤ ਉੱਥੇ ਹੀ ਪੂਰਾ ਹੋ ਗਿਆ ਅੱਗ ਦੇ ਵਿੱਚ ਸੜ ਕੇ। ਦੁਸ਼ਮਨ ਦੂਤ ਮੂਏ ਸੁਖ ਪਾਇਆ ਰਹਾਓ, ਸਤਿਗੁਰ ਮੋਕੋ ਦੀਆ ਉਪਦੇਸ, ਜੀਓ ਪਿੰਡ ਸਭ ਹਰ ਕਾ ਦੇਸ। ਕਹਿੰਦੇ ਅਸੀਂ ਜੀਵ ਸੋਚਦੇ ਰਹਿੰਦੇ ਹਾਂ ਵੀ ਇਹ ਸਾਡਾ ਸਰੀਰ ਆ, ਸਭ ਕੁਝ ਸਾਡਾ। ਕਹਿੰਦੇ ਫਿਰ ਮੈਨੂੰ ਗੁਰੂ ਨੇ ਦੱਸਿਆ ਕਿ ਇਹ ਸਾਡੀ ਜਿੰਦ, ਸਰੀਰ, ਇਹ ਸਭ ਕੁਛ ਉਸ ਪਰਮਾਤਮਾ ਦਾ ਦੇਸ਼ ਆ। ਜੋ ਕਿਛ ਕਰੀ ਸੋ ਤੇਰਾ ਤਾਣ। ਜੋ ਕੁਛ ਵੀ ਕਹਿੰਦੇ ਅਸੀਂ ਕਰਦੇ ਹਾਂ ਉਹ ਉਸ ਪਰਮਾਤਮਾ ਦਾ ਕਹਿੰਦੇ ਉਹਦਾ ਦਿੱਤਾ ਹੋਇਆ ਬਲ ਆ ਜਿਹਦੇ ਆਸਰੇ ਅਸੀਂ ਕਰਦੇ ਹਾਂ। ਤੂੰ ਮੇਰੀ ਓਟ ਤੂੰ ਹੈ ਦੀਵਾਨ। ਕਹਿੰਦੇ ਹੇ ਪਰਮਾਤਮਾ ਜੀ, ਮੈਨੂੰ ਤੇਰਾ ਹੀ ਆਸਰਾ, ਮੈਨੂੰ ਤੇਰਾ ਹੀ ਸਹਾਰਾ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ। ਕਹਿੰਦੇ ਹੇ ਪਰਮਾਤਮਾ ਜੀ, ਤੈਨੂੰ ਛੱਡ ਕੇ ਅਸੀਂ ਹੋਰ ਕਿਹਦਾ ਆਸਰਾ ਲੱਭ ਸਕਦੇ ਹਾਂ। ਆਨ ਨਬੀਆ ਤੇਰੀ ਸਮਸਰ। ਕਿਉਂਕਿ ਤੇਰੇ ਬਰਾਬਰ ਦਾ ਕੋਈ ਹੋਰ ਹੈ ਹੀ ਨਹੀਂ ਗਾ ਜਿਹਦਾ ਆਸਰਾ ਤੱਕੀਏ, ਜਿਹਨੇ ਤੇਰੇ ਵਾਂਗੂ ਸਾਡੀ ਮਦਦ ਕਰ ਦੇਣੀ ਆ। ਤੇਰੇ ਸੇਵਕੋ ਕਿਸ ਕੀ ਕਾਣ, ਸਾਕਤ ਪੂਲਾ ਫਿਰੈ ਬੇਬਾਨ। ਕਹਿੰਦੇ ਜਿਹੜਾ ਤੇਰਾ ਸੇਵਕ ਬਣ ਜਾਂਦਾ ਨਾ ਪਰਮੇਸ਼ਰ ਜੀ, ਜਿਹਨੂੰ ਤੇਰੇ 'ਤੇ ਭਰੋਸਾ ਹੋ ਜਾਂਦਾ, ਫਿਰ ਉਹਨੂੰ ਕਿਸੇ ਦੀ ਮੁਥਾਜਗੀ ਨਹੀਂ ਰਹਿੰਦੀ ਹੈਗੀ। ਪਰ ਕਹਿੰਦੇ ਮਨਮੁਖ ਜੋ ਤੇਰੇ 'ਤੇ ਭਰੋਸਾ ਨਹੀਂ ਕਰਦਾ, ਉਹ ਬਾਹਰ ਜੰਗਲਾਂ 'ਚ
ਭਟਕਦਾ ਫਿਰਦਾ। ਤੇਰੀ ਵਡਿਆਈ ਕਹੀ ਨਾ ਜਾਏ, ਜਹ ਕਹਿ ਰਾਖ ਲਹਿ ਗਲ ਲਾਏ। ਕਹਿੰਦੇ ਪਰਮਾਤਮਾ ਜੀ ਤੇਰੀ ਵਡਿਆਈ ਮੇਰੇ ਕੋਲੋਂ ਕੀਤੀ ਨਹੀਂ ਜਾਂਦੀ, ਤੇਰੀ ਵਡਿਆਈ ਮੈਂ ਪੂਰੀ ਕਰ ਨਹੀਂ ਸਕਦਾ, ਤੇਰੀ ਸਿਫਤ ਸਲਾਹ ਮੈਂ ਪੂਰੀ ਕਰ ਨਹੀਂ ਸਕਦਾ, ਤੇਰੇ ਗੁਣਾਂ ਦਾ ਅੰਤ ਮੈਂ ਪਾ ਨਹੀਂ ਸਕਦਾ। ਕਹਿੰਦੇ ਜਿਵੇਂ ਕਿਵੇਂ ਵੀ ਕਰ ਪਰਮਾਤਮਾ ਜੀ ਮੈਨੂੰ ਆਪਦੇ ਗਲ ਨਾਲ ਲਾ ਕੇ ਰੱਖ। ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵੱਜੀ ਵਾਦਾਈ। ਫਿਰ ਨਾਨਕ ਦਾਸ ਜੀ ਕਹਿੰਦੇ ਨੇ ਕਿ ਹੇ ਪਰਮੇਸ਼ਰ ਜੀ ਅਸੀਂ ਤੇਰੀ ਸ਼ਰਨ ਆਏ ਹਾਂ। ਕਹਿੰਦੇ ਜਿਸ ਤਰ੍ਹਾਂ ਵੀ ਹੈ ਪਰਮਾਤਮਾ ਨੇ ਸਾਡੀ ਇੱਜ਼ਤ ਰੱਖੀ ਆ ਅਤੇ ਇਸ ਤਰ੍ਹਾਂ ਅਸੀਂ ਵਧਾਈ ਦੇ ਪਾਤਰ ਬਣੇ ਆ ਅਤੇ ਸਾਡੇ ਅੰਦਰ ਹਮੇਸ਼ਾ ਚੜ੍ਹਦੀ ਕਲਾ ਬਣੀ ਆ, ਪਰਮਾਤਮਾ ਨੇ ਜੋ ਸਾਡੀ ਇੱਜ਼ਤ ਰੱਖੀ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸੁਮੱਤ ਬਖਸ਼ਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ।